Hi guys, this is Harpreet Singh. Welcome back to the channel Mr. Singh Educations. Welcome to the Indian Polity classes for all the competitive exams. Students, ਇੱਥੇ ਤੁਹਾਨੂੰ ਹਰੇਕ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਲਈ ਜਿਹੜਾ ਪ੍ਰਪੇਅਰ ਕੀਤਾ ਜਾਏਗਾ ਇੰਡੀਅਨ ਪੋਲਿਟੀ ਸੈਕਸ਼ਨ ਲਈ। ਤਾਂ ਆਪਾਂ ਅੱਜ ਲਾਸਟ ਕਲਾਸਿਸ ਦੇ ਵਿੱਚ ਆਪਾਂ ਜਿਹੜਾ ਕੀਤਾ, ਪਹਿਲਾਂ ਆਪਾਂ ਕੀ ਕੀਤਾ ਸੀ, ਹਿਸਟੋਰੀਕਲ ਬੈਕਗਰਾਊਂਡ ਜਿਹੜੀ ਆਪਾਂ ਕਰ ਰਹੀ ਹੈ, ਬੇਸਿਕਸ ਥੋੜ੍ਹਾ ਬਹੁਤ ਆਪਾਂ ਕਰ ਰਹੇ ਵੀ ਬੇਸਿਕਸ ਕੀ ਹੁੰਦੀਆਂ ਨੇ, ਇੰਡੀਅਨ ਪੋਲਿਟੀ ਕੀ ਚੀਜ਼ ਹੈ, ਉਹ ਕਿਸ ਕਿਸ ਚੀਜ਼ਾਂ ਨਾਲ ਰਿਲੇਟ ਕਰਦੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਕਵਰ ਕਰ ਚੁੱਕੇ ਹਾਂ। ਤਾਂ ਅੱਜ ਜਿਹੜਾ ਆਪਾਂ ਨਿਊ ਕਲਾਸ ਜਿਹੜੀ ਆਪਣਾ ਸਟਾਰਟ ਕਰਾਂਗੇ, ਨਿਊ ਜਿਹੜਾ ਹੈਗਾ ਟੋਪਿਕ ਚੱਕਾਂਗੇ, ਜਿਹੜਾ ਕੀ ਹੈ ਉਹਦਾ ਨਾਮ ਹੈ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ। ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਮਤਲਬ ਕਿ ਸੰਵਿਧਾਨ ਕਿਵੇਂ ਬਣਾਇਆ ਗਿਆ, ਸੰਵਿਧਾਨ ਬਣਿਆ ਕਿਵੇਂ, ਸੰਵਿਧਾਨ ਸਭਾ ਕਿਵੇਂ ਬਣੀ, ਕਿਵੇਂ ਲੋਕਾਂ ਦੇ ਜਿਹੜੇ ਮੈਂਬਰਸ ਹੈਗੇ ਸੰਵਿਧਾਨ ਸਭਾ ਦੇ ਮੈਂਬਰ ਹੈਗੇ, ਚੋਣ ਕੀਤੀ ਗਈ, ਉਹ ਮੈਂਬਰ ਚੁਣੇ ਹੋਏ ਸੀ ਜਾਂ ਬ੍ਰਿਟਿਸ਼ਰਸ ਜਿਹੜੇ ਹੈਗੇ ਸੀ ਉਹਨਾਂ ਨੇ ਜਿਹੜੇ ਹੈਗੇ ਨੇ ਆਪਦੇ ਬਿਹਾਫ 'ਤੇ ਜਿਹੜੇ ਹੈਗੇ ਨੇ ਨੋਮੀਨੇਟ ਕੀਤੇ ਸੀ, ਜਾਂ ਜੋ ਕੁਛ ਵੀ ਹੈਗਾ ਸੀ ਉਹ ਆਪਾਂ ਸਾਰਾ ਜਿਹੜਾ ਹੈਗਾ ਉਹਦਾ ਹਿਸਟੋਰੀਕਲ ਬੈਕਗਰਾਊਂਡ ਆਪਾਂ ਜਾਣਾਂਗੇ। ਤਾਂ ਆਈ ਹੋਪ ਗਾਈਸ ਤੁਸੀਂ ਰੈਡੀ ਹੋਗੇ। ਤਾਂ ਆਪਾਂ ਕੀ ਅੱਜ ਥੰਬਨੇਲ ਦੇ ਵਿੱਚ ਤੁਸੀਂ ਦੇਖ ਹੀ ਰਹੋ, ਜਿਹੜੇ ਆਪਣੀ ਕੰਸਟੀਟਿਊਐਂਟ ਅਸੈਂਬਲੀ ਉਸ ਟਾਈਮ ਮਤਲਬ ਕੀ ਹੈ 1946 ਦੇ ਵਿੱਚ ਕਿ ਆਪਣੀ ਜਿਹੜੀ ਹੈਗੀ ਸੀ ਕੰਸਟੀਟਿਊਐਂਟ ਅਸੈਂਬਲੀ ਜਿਹੜੀ ਹੈਗੀ ਸੀ ਬਣ ਗਈ ਸੀ। ਠੀਕ ਹੈ, ਤਾਂ ਇਹ ਕੀ ਹੈ ਜਿਹੜਾ ਉਸ ਟਾਈਮ ਦਾ ਜਿਹੜਾ ਹੈਗਾ ਇੱਕ ਆਪਾਂ ਪਿਕਚਰ ਲਗਾਈ ਗਈ ਹੈ, ਨਾਲ ਕੀ ਹੈਗਾ ਇੱਕ ਆਪਾਂ ਸਟੈਂਪ ਲਗਾਈ ਗਈ। ਠੀਕ ਹੈ, ਕੰਸਟੀਟਿਊਐਂਟ ਅਸੈਂਬਲੀ ਦੀ 1946 ਦੇ ਵਿੱਚ ਇਹ ਜਿਹੜੀ ਹੈਗੀ ਸੀ ਸਟੈਂਪ ਜਿਹੜੀ ਹੈਗੀ ਸੀ ਐਜ਼ ਅ ਸਟੈਂਪ ਇਸ ਨੂੰ ਯੂਜ਼ ਕੀਤਾ ਜਾਂਦਾ ਸੀ। ਠੀਕ ਹੈ, ਜਿਹੜਾ ਜਿਹਦੇ ਵਿੱਚ ਕੀ ਹੈ ਭਾਰਤ ਦੇ ਉੱਪਰ ਜਿਹੜਾ ਹੈਗਾ ਐਲੀਫੈਂਟ ਦੇ ਆਪਾਂ ਕੀ ਲੱਗਿਆ ਹੋਇਆ ਸਟੈਂਪ ਦੇ ਤੌਰ 'ਤੇ ਬਣਾਇਆ ਹੈ। ਠੀਕ ਹੈ, ਆਈ ਹੋਪ ਗਾਈਸ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਅੱਜ ਲੈਕਚਰ ਆਪਣਾ ਸਟਾਰਟ ਕਰਦੇ ਹਾਂ। ਅੱਜ ਲੈਕਚਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਕੰਸਟੀਟਿਊਐਂਟ ਅਸੈਂਬਲੀ ਹੈ ਕੀ, ਉਹ ਉਹਦੇ ਬਾਰੇ ਕੀ ਗੱਲਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ। ਤਾਂ ਆਈ ਹੋਪ ਗਾਈਸ ਤੁਸੀਂ ਰੈਡੀ ਹੋ ਗਏ। ਤਾਂ ਆਪਾਂ ਸਟਾਰਟ ਕਰਦੇ ਹਾਂ। ਤਾਂ ਕੀ ਹੈ ਆਪਾਂ ਟੋਪਿਕ ਸਟਾਰਟ ਕਰਨਾ ਅੱਜ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ। ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ, ਤਾਂ ਇੰਡੀਅਨ ਕਨਸਟੀਟਿਊਸ਼ਨ ਬਣਿਆ ਕਿਵੇਂ ਉਸ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ। ਤਾਂ ਇੰਡੀਅਨ ਕਨਸਟੀਟਿਊਸ਼ਨ ਬਣਾਇਆ ਕਿੰਨੇ, ਉਹਦੇ ਜਿਹੜੀ ਮਦਰ ਕੌਣ ਹੈ ਉਹ ਹੈਗਾ ਕੰਸਟੀਟਿਊਐਂਟ ਅਸੈਂਬਲੀ, ਸੰਵਿਧਾਨ ਸਭਾ ਨੇ ਕੀ ਹੈ ਆਪਣੇ ਸੰਵਿਧਾਨ ਨੂੰ ਬਣਾਇਆ। ਤਾਂ ਹੁਣ ਪਹਿਲਾਂ ਆਪਾਂ ਦੇਖਾਂਗੇ ਵੀ ਸੰਵਿਧਾਨ ਸਭਾ ਬਣੀ ਕਿਵੇਂ, ਅਤੇ ਸੰਵਿਧਾਨ ਸਭਾ ਬਣੀ ਕਿਵੇਂ ਹੋਏਗੀ। ਕੋਈ ਇਹ ਤਾਂ ਹੈ ਨਹੀਂ ਵੀ ਬ੍ਰਿਟਿਸ਼ ਸਰਕਾਰ ਨੇ ਸਿੱਧਾ ਹੀ ਕਿਹਾ ਹੋਏਗਾ ਵੀ ਤੁਸੀਂ ਜਿਹੜਾ ਹੈਗਾ ਵੀ ਆ ਲਓ ਤੁਹਾਨੂੰ ਅਸੀਂ ਜਿਹੜਾ ਹੈਗਾ ਸੰਵਿਧਾਨ ਸਭਾ ਬਣਾ ਕੇ ਦਿੰਦੇ ਹਾਂ, ਤੁਸੀਂ ਜਿਹੜਾ ਇਹਦਾ ਸੰਵਿਧਾਨ ਬਣਾ ਲਓ। ਅਤੇ ਇਸ ਤੋਂ ਪਹਿਲਾਂ ਕੀ ਹੋਇਆ ਹੋਏਗਾ, ਪਹਿਲਾਂ ਕੀ ਡਿਮਾਂਡ ਕੀਤੀ ਹੋਏਗੀ, ਕਿਸੇ ਪਰਸਨ ਨੇ ਜਿਹੜਾ ਹੈਗਾ ਇੱਕ ਪਰਸਨ ਨੇ ਕਰੇਜ ਕਰਕੇ ਕੀ ਹੈ ਅੰਗਰੇਜ਼ਾਂ ਖਿਲਾਫ ਬ੍ਰਿਟਿਸ਼ਰਸ ਦੇ ਖਿਲਾਫ ਕੀ ਹੈਗਾ ਆਵਾਜ਼ ਉਠਾਈ ਹੋਏਗੀ ਵੀ ਸਾਨੂੰ ਕੀ ਜਿਹੜਾ ਹੈਗਾ ਸਾਡੇ ਦੇਸ਼ ਦਾ ਅਲੱਗ ਤੋਂ ਜਿਹੜਾ ਹੈਗਾ ਸੰਵਿਧਾਨ ਹੋਣਾ ਚਾਹੀਦਾ ਹੈ। ਫਿਰ ਹੌਲੀ ਹੌਲੀ ਕੀ ਉਹ ਜਿਹੜੀ ਹੈਗੀ ਸੀ ਮਤਲਬ ਉਹ ਲਹਿਰ ਜਿਹੜੀ ਹੈਗੀ ਸੀ ਪੂਰੇ ਦੇਸ਼ ਦੇ ਵਿੱਚ ਫੈਲੀ। ਠੀਕ ਹੈ, ਉਹ ਦੇਸ਼ ਦੇ ਵਿੱਚ ਫੈਲੀ। ਉਸ ਤੋਂ ਬਾਅਦ ਜਿਹੜਾ ਹੈਗਾ ਕਿਵੇਂ ਜਿਹੜੇ ਹੈਗੇ ਫਿਰ ਮਹਾਨ ਦਿੱਗਜ ਲੋਕ ਹੈਗੇ ਸੀ ਉਹਨਾਂ ਨੇ ਵੀ ਕਿ ਇਸ ਚੀਜ਼ ਵੱਲ ਕੰਸੀਡਰ ਕੀਤਾ, ਫਿਰ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਉਹਦੇ ਨਾਲ ਹੀ ਜਿਹੜਾ ਹੈਗਾ ਆਵਾਜ਼ ਉਠਾਈ ਵੀ ਅਸੀਂ ਸਾਡੇ ਜਿਹੜੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਸਭਾ ਹੋਣੀ ਚਾਹੀਦੀ, ਸਾਡੇ ਦੇਸ਼ ਦਾ ਖੁਦ ਦਾ ਸੰਵਿਧਾਨ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੇ ਕੀ ਖੁਦ ਦੇ ਹੀ ਮੈਂਬਰ ਹੋਣੇ ਚਾਹੀਦੇ ਨੇ। ਤਾਂ ਆਈ ਹੋਪ ਗਾਈਜ਼ ਤੁਸੀਂ ਰੈਡੀ ਹੋਵੋਗੇ। ਤਾਂ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਪੁਆਇੰਟ ਦੀ, ਤਾਂ ਡਿਮਾਂਡ ਫੋਰ ਅ ਕੰਸਟੀਟਿਊਐਂਟ ਅਸੈਂਬਲੀ। ਠੀਕ ਹੈ, ਡਿਮਾਂਡ ਫੋਰ ਕੰਸਟੀਟਿਊਐਂਟ ਅਸੈਂਬਲੀ ਮਤਲਬ ਕੀ ਹੈ ਵੀ ਸਭ ਤੋਂ ਪਹਿਲਾਂ ਡਿਮਾਂਡ ਕਦੋਂ ਕੀਤੀ ਗਈ, ਕਦੋਂ ਇਸ ਚੀਜ਼ ਦੀ ਸੰਵਿਧਾਨ ਸਭਾ ਬਣਾਉਣ ਦੇ ਬਾਰੇ ਗੱਲ ਕੀਤੀ ਗਈ ਵੀ ਸਾਨੂੰ ਜਿਹੜੇ ਹੈਗੇ ਸੰਵਿਧਾਨ ਸਭਾ ਦੀ ਜ਼ਰੂਰਤ ਹੈ। ਤਾਂ ਇਹ ਫਸਟ ਪੁਆਇੰਟ ਕਹਿ ਰਿਹਾ ਹੈ ਇਟ ਵਾਜ਼ ਇਨ 1934 that the idea of a constituent assembly for India was put forward by the first time by M.N. Roy, a pioneer of communist movement in India। ਤਾਂ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ 1934 ਦੇ ਵਿੱਚ ਕੀ ਹੈ ਸਭ ਤੋਂ ਪਹਿਲੀ ਵਾਰ ਪੂਰੀ ਹਿਸਟਰੀ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਿਹੜਾ ਹੈਗਾ ਕੰਸਟੀਟਿਊਐਂਟ ਅਸੈਂਬਲੀ ਬਣਾਉਣ ਦੇ ਬਾਰੇ ਗੱਲ ਕੀਤੀ ਗਈ। ਭਾਰਤ ਦੀ ਖੁਦ ਦੀ ਜਿਹੜੀ ਹੈਗੀ ਆਪਣੀ ਕੰਸਟੀਟਿਊਐਂਟ ਅਸੈਂਬਲੀ ਮਤਲਬ ਸੰਵਿਧਾਨ ਸਭਾ ਬਣਾਉਣ ਦੀ ਗੱਲ ਕੀਤੀ ਗਈ। ਕਿਹਦੇ ਦੁਆਰਾ ਗੱਲ ਕੀਤੀ ਗਈ M.N. ਰੋਏ ਦਾ M.N. ਦਾ ਫੁੱਲ ਫਾਰਮ ਕੀ ਗਏ ਮਾਨਵਿੰਦਰ ਨਾਥ ਰੋਏ। ਠੀਕ ਹੈ, ਇਹ ਕੀ ਹੈਗੇ ਸੀ, ਇਹ ਪਾਇਓਨੀਅਰ ਆਫ ਕਮਿਊਨਿਸਟ ਮੂਵਮੈਂਟ ਇਨ ਇੰਡੀਆ। ਕਮਿਊਨਿਸਟ ਪਾਰਟੀ ਦੇ ਜਿਹੜੇ ਨੇਤਾ ਹੈਗੇ, ਜਿਹੜੇ ਉਹਨਾਂ ਦੇ ਹੈੱਡ ਹੈਗੇ ਨੇ, ਜਿਹੜੇ ਉਹਨਾਂ ਜਨਮਦਾਤਾ ਕੌਣ ਹੈਗੇ ਨੇ, ਉਹ ਹੈਗੇ ਨੇ M.N. ਰੋਏ ਹੈਗੇ ਸੀ। ਠੀਕ ਹੈ, ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਪਤਾ ਲੱਗ ਗਿਆ ਹੋਏਗਾ ਸਭ ਤੋਂ ਪਹਿਲੀ ਵਾਰ ਜਿਹੜੇ ਹੈਗੇ ਦੇਸ਼ ਦੇ ਵਿੱਚ ਕਿਸ ਮਹਾਨ ਪਰਸਨ ਨੇ ਜਿਹੜੀ ਹੈਗੀ ਆਵਾਜ਼ ਉਠਾਈ ਸੀ ਸੰਵਿਧਾਨ ਸਭਾ ਲਈ ਵੀ ਜਿਹੜੀ ਹੈਗੀ ਸਾਡੇ ਦੇਸ਼ ਦੀ ਖੁਦ ਦੀ ਸੰਵਿਧਾਨ ਸਭਾ ਹੋਣੀ ਚਾਹੀਦੀ। ਅਸੀਂ ਕਿਸੇ ਹੋਰ ਦੀ ਸੰਵਿਧਾਨ ਸਭਾ ਹੋਰ ਦੀ ਮਤਲਬ ਕਿ ਬ੍ਰਿਟਿਸ਼ਰਸ ਦੇ ਅਕੋਰਡਿੰਗ ਨਹੀਂ ਅਸੀਂ ਚੱਲਾਂਗੇ। ਤਾਂ ਉਹ ਕੀ ਕੌਣ ਹੈਗਾ ਸੀ ਪਰਸਨ M.N. ਰੋਏ, ਮਨਵਿੰਦਰ ਨਾਥ ਰੋਏ, ਜਿਹਨੇ ਕਿ ਕਮਿਊਨਿਸਟ ਪਾਰਟੀ ਦਾ ਜਿਹੜਾ ਹੈਗਾ ਫਾਊਂਡਰ ਹੈਗਾ। ਆਈ ਹੋਪ ਗਾਈਜ਼ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਨੈਕਸਟ ਪੁਆਇੰਟ ਵੱਲ ਵਧਦੇ ਹਾਂ। ਨੈਕਸਟ ਪੁਆਇੰਟ ਕੀ ਗੱਲ ਕਰਦਾ ਹੈ ਇਨ 1935 ਦ ਇੰਡੀਅਨ ਨੈਸ਼ਨਲ ਕਾਂਗਰਸ ਫॉर द फर्स्ट टाइम ऑफिशियली डिमांडेड अ कंस्टिट्यूएंट असेंबली टू फ्रेम द कंस्टिट्यूशन ऑफ इंडिया।
ਤਾਂ ਹੁਣ ਕੀ ਗੱਲ ਕਰਾਂਗੇ 1935 1935 ਦੇ ਵਿੱਚ। ਹੁਣ ਕੀ ਹੈ ਐਮ ਐਨ ਰॉय ਤੋਂ ਇੰਸਪਾਇਰ ਹੋ ਕੇ ਇੰਸਪੀਰੇਸ਼ਨ ਲੈ ਕੇ ਉਹਨਾਂ ਤੋਂ ਜਿਹੜੇ ਹੈਗੇ ਇੱਕ ਆਪਾਂ ਕਹਿ ਦਈਏ ਵੀ ਉਹਨਾਂ ਤੋਂ ਆਪਾਂ ਕਹੀਏ ਸਿੱਖਿਆ ਲੈ ਕੇ ਜਿਹੜੇ ਹੈਗੇ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਲੀਡਰਸ ਹੈਗੇ ਸੀ ਉਹਨਾਂ ਨੇ ਕੀ ਓਫੀਸ਼ੀਅਲੀ ਡਿਮਾਂਡ ਕੀਤੀ। ਓਫੀਸ਼ੀਅਲੀ ਮਤਲਬ ਕਿ ਕੈਬਨਿਟ ਦੇ ਵਿੱਚ, ਬ੍ਰਿਟਿਸ਼ ਕੈਬਨਿਟ ਦੇ ਵਿੱਚ, ਕਿਉਂਕਿ ਨਾ ਆਫਟਰ ਵਰਲਡ ਵਾਰ ਸੈਕਿੰਡ ਵਰਲਡ ਵਾਰ ਦੇ ਬਾਅਦ ਕੀ ਹੈ ਇੰਡੀਅਨਸ ਨੂੰ ਵੀ ਜਿਹੜਾ ਹੈਗਾ ਫਸਟ ਵਰਲਡ ਵਾਰ ਦੇ ਬਾਅਦ 'ਚ ਕੀ ਹੈ ਇੰਡੀਅਨਸ ਨੂੰ ਵੀ ਕੀ ਹੈ ਜਿਹੜਾ ਹੈਗਾ ਬ੍ਰਿਟਿਸ਼ ਕਾਊਂਸਿਲ ਦੇ ਵਿੱਚ ਜਿਹੜਾ ਹੈਗਾ ਇੰਡੀਅਨਸ ਨੂੰ ਵੀ ਜਿਹੜਾ ਹੈਗਾ ਲਿਆ ਜਾਂਦਾ ਸੀ। ਠੀਕ ਹੈ, ਕਿਉਂਕਿ ਉਸ ਟਾਈਮ ਕੀ ਇੱਕ ਆਪਣੇ ਜਿਹੜੇ ਹੈਗਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆਪਾਂ ਗੱਲ ਕਰ ਰਹੀ ਵੀ ਇੱਕ ਤਰ੍ਹਾਂ ਦਾ ਕੀ ਹੈ ਸਮਝੌਤੇ ਹੋਏ ਸੀ ਵੀ ਜਿਹੜਾ ਹੈਗਾ ਆਪਾਂ ਕੀ ਉਹਨਾਂ ਨੂੰ ਕੀ ਵਰਲਡ ਵਾਰ 1 ਦੇ ਵਿੱਚ ਕੀ ਉਹਨਾਂ ਨੂੰ ਜਿਹੜਾ ਆਪਾਂ ਹੈਲਪ ਕਰਾਂਗੇ ਅਤੇ ਫਿਰ ਆਪਾਂ ਨੂੰ ਕੀ ਜਿਹੜਾ ਹੈਗਾ ਆਪਣੀ ਪਾਰਟੀਸਪੇਸ਼ਨ ਰਿਪਰੈਜ਼ੈਂਟੇਸ਼ਨ ਜਿਹੜੇ ਹੈਗੇ ਵਧਾਉਣਗੇ। ਤਾਂ ਇਹਦੇ ਵਿੱਚ ਇਵੇਂ ਕੀ ਹੋਇਆ ਵੀ 1935 ਦੇ ਵਿੱਚ ਜਿਹੜੇ ਹੈਗਾ ਆਪਣੇ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਪਹਿਲੀ ਵਾਰ ਜਿਹੜਾ ਹੈਗਾ ਪੂਰੀ ਪਾਰਟੀ ਨੇ ਜਿਹੜਾ ਹੈਗਾ ਆਪਦੇ ਬਿਹਾਫ 'ਤੇ ਕੀ ਗੱਲ ਕੀਤੀ ਵੀ ਜਿਹੜਾ ਹੈਗਾ ਵੀ ਸਾਡੇ ਦੇਸ਼ ਦੇ ਜਿਹੜਾ ਹੈਗਾ ਸੰਵਿਧਾਨ ਹੋਣਾ ਚਾਹੀਦਾ, ਸਾਡੇ ਦੇਸ਼ ਦੀ ਜਿਹੜੀ ਹੈਗੀ ਸੰਵਿਧਾਨ ਸਭਾ ਹੋਣੀ ਚਾਹੀਦੀ। ਠੀਕ ਹੈ, ਤਾਂ ਹੁਣ ਫਿਰ ਕੀ ਹੋਇਆ ਇਸ ਤੋਂ ਬਾਅਦ ਕੀ ਹੋਇਆ ਇਨ 1938 ਪੰਡਿਤ ਜਵਾਹਰ ਲਾਲ ਨਹਿਰੂ ਔਨ ਦਾ ਬਿਹਾਫ ਆਫ ਦਾ Indian National Congress declared that the Constitution of Free India must be framed without outside interference by a Constituent Assembly elected on the basis of adult franchise। ਹੁਣ ਮਤਲਬ ਕੀ ਇਹਦੇ ਵਿੱਚ ਕੀ ਗੱਲ ਕਰ ਰਹੇ ਨੇ 1938 ਦੇ ਵਿੱਚ 1935 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਗੱਲ ਕਰਤੀ, ਇੰਡੀਅਨ ਨੈਸ਼ਨਲ ਕਾਂਗਰਸ ਐਜ਼ ਅ ਪਾਰਟੀ ਗੱਲ ਕੀਤੀ। 1938 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਿਹਾਫ 'ਤੇ ਗੱਲ ਕੀਤੀ ਵੀ ਸਾਨੂੰ ਕੰਸਟੀਟਿਊਐਂਟ ਅਸੈਂਬਲੀ ਚਾਹੀਦੀ ਹੈ, ਪਰ ਸਾਨੂੰ ਕੰਸਟੀਟਿਊਐਂਟ ਅਸੈਂਬਲੀ ਇਸ ਤਰ੍ਹਾਂ ਚਾਹੀਦੀ ਹੈ ਵੀ ਉਹਦੇ ਵਿੱਚ ਜਿਹੜੀ ਕਿ ਬਾਹਰ ਦੀ ਇੰਟਰਫੇਰੈਂਸ ਨਾ ਹੋਵੇ। ਸਾਡੇ ਦੇਸ਼ ਦੇ ਵਿੱਚ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੋਣਗੇ, ਸਾਡੇ ਦੇਸ਼ ਦੇ ਲੋਕਾਂ ਦੁਆਰਾ ਜਿਹੜੇ ਚੁਣੇ ਗਏ ਨੁਮਾਇੰਦੇ ਹੋਣਗੇ, ਉਹਨਾਂ ਦੇ ਜਿਹੜੇ ਹੈਗੇ ਨੇਤਾ ਹੋਣਗੇ, ਉਹ ਹੀ ਕੀ ਜਿਹੜੇ ਹੈਗੇ ਨੇ ਸੰਵਿਧਾਨ ਸਭਾ ਦਾ ਹਿੱਸਾ ਬਣਨਗੇ ਅਤੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਉਹ ਹੀ ਹਿੱਸੇਦਾਰੀ ਦੇਣਗੇ। ਕੋਈ ਬਾਹਰਲੀ ਇੰਟਰਫੇਅਰੈਂਸ ਨਹੀਂ ਹੋਏਗੀ। ਬਾਹਰਲੀ ਇਨ ਦਾ ਸੈਂਸ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਕੋਈ ਪਰਸਨ ਨਹੀਂ ਇਹਦੇ ਵਿੱਚ ਆਏਗਾ ਵੀ ਤੁਸੀਂ ਜਿਹੜਾ ਹੈਗਾ ਸਾਡੇ ਅਕੋਰਡਿੰਗ ਕੰਸਟੀਟਿਊਸ਼ਨ ਬਣਾਓ, ਇਹ ਕਰੋ ਉਹ ਕਰੋ। ਠੀਕ ਹੈ, ਐਟਸੈਕਟਰਾ ਐਟਸੈਕਟਰਾ। ਤਾਂ ਨੈਕਸਟ ਆਪਾਂ ਗੱਲ ਕਰਕੇ ਨੈਕਸਟ ਪੁਆਇੰਟ 'ਤੇ ਕੀ ਗੱਲ ਕੀਤੀ ਗਿਆ ਦ ਡਿਮਾਂਡ ਵਾਜ਼ ਫਾਈਨਲੀ ਅਸੈਪਟਡ ਇਨ ਦਾ ਪ੍ਰਿੰਸੀਪਲ by the British government in which is known as the name of August offer in 1940। ਤਾਂ ਉਹ 1940 ਦੇ ਵਿੱਚ ਕੀ ਹੋਇਆ ਇੱਕ ਅਗਸਤ ਆਫਰ ਆਇਆ। ਅਗਸਤ ਆਫਰ ਦੇ ਵਿੱਚ ਜਿਹੜੀ ਇਹ ਡਿਮਾਂਡ ਹੈਗੀ ਸੀ ਨਾ ਵੀ ਆਪਣੀ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਬਣਨ ਦੀ ਡਿਮਾਂਡ ਹੈਗੀ ਸੀ ਉਹਨੂੰ ਕੀ ਜਿਹੜਾ ਹੈਗਾ ਮੰਨ ਲਿਆ ਗਿਆ। ਇਹਨੂੰ ਕੀ ਕਿਹਾ ਗਿਆ ਅਗਸਤ ਆਫਰ ਕਿਹਾ ਗਿਆ। ਅਗਸਤ ਆਫਰ ਦੇ ਵਿੱਚ ਕੀ ਮਤਲਬ ਕੀ ਨਾ ਉਹਨਾਂ ਮਤਲਬ ਜਿਹੜੀ ਗੱਲ ਕਹੀ ਸੀ ਨਾ ਵੀ ਆਪਣੇ ਐਮ ਐਨ ਰॉय ਨੇ ਗੱਲ ਕੀਤੀ ਸੀ, ਫਿਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਗੱਲ ਕੀਤੀ ਸੀ, ਫਿਰ ਗੱਲ ਕੀਤੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਔਨ ਦਾ ਬਿਹਾਫ ਆਫ ਇੰਡੀਅਨ ਨੈਸ਼ਨਲ ਕਾਂਗਰਸ। ਠੀਕ ਹੈ, ਉਹਨਾਂ ਦੇ ਤੌਰ 'ਤੇ ਗੱਲ ਕੀਤੀ ਤਾਂ ਉਹਨਾਂ ਨੇ ਕੀ ਜਿਹੜਾ ਹੈਗਾ ਗੱਲ ਮੰਨ ਲਈ ਵੀ ਅਗਸਤ ਆਫਰ 1940 ਦੇ ਵਿੱਚ ਕੀ ਇਹ ਗੱਲ ਕੀਤੀ ਕਿ ਵੀ ਤੁਹਾਡੇ ਜਿਹੜੇ ਹੈਗੇ ਸੰਵਿਧਾਨ ਸਭਾ ਬਣਾਈ ਜਾਵੇਗੀ। ਇਹ ਕਾਰਨ ਕਿਉਂ ਸੀ, ਕਿਉਂ ਇਹਦੇ ਵਿੱਚ ਕੀ ਹੈ ਵਰਲਡ ਵਾਰ ਚੱਲ ਰਹੀ ਸੀ। ਵਰਲਡ ਵਾਰ ਦੇ ਕਾਰਨ ਕੀ ਹੋਇਆ ਵੀ ਉਹਨਾਂ ਨੂੰ ਕੀ ਜਿਹੜੇ ਹੈਗੇ ਟਰੂਪਸ ਆਰਮੀ ਦੀ ਜ਼ਰੂਰਤ ਹੈਗੀ ਸੀ, ਇਸ ਕਰਕੇ ਕਿ ਉਹ ਜਿਹੜੇ ਹੈਗੇ ਸੀ ਅਸਿਸਟੈਂਸ ਆਪਣੇ ਕੋਲ ਮੰਗਦੇ ਸੀ, ਆਪਣੇ ਕੋਲ ਸਹਾਇਤਾ ਮੰਗਦੇ ਸੀ, ਆਪਣੇ ਟਰੂਪਸ ਉੱਥੇ ਲੈ ਕੇ ਜਾਂਦੇ ਸੀ ਵਾਰ ਦੇ ਵਿੱਚ ਔਨ ਦਾ ਬਿਹਾਫ ਆਫ ਦੇਅਰ ਗਵਰਨਮੈਂਟ। ਠੀਕ ਹੈ, ਬਿਹਾਫ ਦੀ ਸਰਕਾਰ ਦੇ ਅਕੋਰਡਿੰਗ। ਆਈ ਹੋਪ ਗਾਈਜ਼ ਇੰਨਾ ਤੁਹਾਨੂੰ ਸਮਝ ਲੱਗ ਗਿਆ ਹੋਏਗਾ। ਅੱਗੇ ਆਪਾਂ ਨੈਕਸਟ ਪੁਆਇੰਟ ਗੱਲ ਕਰਦੇ, ਨੈਕਸਟ ਪੁਆਇੰਟ ਦੀ ਗੱਲ ਕਰਦੇ। ਨੈਕਸਟ ਪੁਆਇੰਟ ਕੀ ਕਹਿੰਦਾ ਹੈ ਇਨ 1942 ਸਰ ਸਟਾਫਰਡ ਕ੍ਰਿਪਸ ਅ ਮੈਂਬਰ ਆਫ ਦਾ ਕੈਬਨਿਟ ਕੇਮ ਟੂ ਇੰਡੀਆ। ਹੁਣ 1942 ਦੇ ਵਿੱਚ ਜਿਹੜਾ ਹੈਗਾ ਸੀ ਸਰ ਸਟਾਫਰਡ ਕ੍ਰਿਪਸ, ਜਿਹੜਾ ਕ੍ਰਿਪਸ ਹੈਗਾ ਸੀ ਨਾ, ਕ੍ਰਿਪਸ ਕੀ ਹੋਇਆ ਮੈਂਬਰ ਜਿਹੜਾ ਹੈਗਾ ਸੀ ਬ੍ਰਿਟਿਸ਼ ਕੈਬਨਿਟ ਦਾ ਮੈਂਬਰ ਹੈਗਾ ਸੀ, ਉਹ ਭਾਰਤ ਦੇ ਵਿੱਚ ਆਇਆ ਵਿਚ drafted a proposal of the British government on the framing of independent constitution to be adopted after the World War II। ਹੁਣ World War II ਤੋਂ ਬਾਅਦ ਉਹਨਾਂ ਨੇ ਕੀ ਇੱਕ ਜਿਹੜਾ ਹੈਗਾ 1942 ਦੇ ਵਿੱਚ ਕੀ ਦਿੱਤਾ ਵੀ ਸਰ ਸਟਾਫਰਡ ਕ੍ਰਿਪਸ ਨੂੰ ਕੀ ਕਿਹਾ ਵੀ ਜਿਹੜਾ ਹੈਗਾ ਤੁਸੀਂ ਕੀ ਹੈ ਆਪਣੇ ਭਾਰਤ ਨੂੰ ਕਿਹਾ ਵੀ ਤੁਹਾਡਾ ਜਿਹੜਾ ਹੈਗਾ ਸੰਵਿਧਾਨ ਬਣਾ ਦਿੱਤਾ ਜਾਵੇਗਾ, ਪਰ ਕਦੋਂ ਬਣਾ ਕੇ ਦਿੱਤਾ ਜਾਏਗਾ ਸੈਕਿੰਡ ਵਰਲਡ ਵਾਰ ਦੇ ਬਾਅਦ। ਠੀਕ ਹੈ, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਸੰਵਿਧਾਨ ਬਣਾ ਦਿੱਤਾ ਜਾਏਗਾ, ਤੁਹਾਡਾ ਇੰਡੀਪੈਂਡੈਂਟ ਮਤਲਬ ਕਿ ਆਜ਼ਾਦ ਸੰਵਿਧਾਨ ਬਣਾ ਦਿੱਤਾ ਜਾਏਗਾ। ਪਰ ਉਹਦੇ ਵਿੱਚ ਜਿਹੜੀ ਕੁਛ ਕੰਡੀਸ਼ਨਸ ਹੈਗੀਆਂ ਸੀ ਕ੍ਰਿਪਸ ਇੰਡੀਆ ਮਿਸ਼ਨ ਦੇ ਵਿੱਚ, ਉਹਦੇ ਵਿੱਚ ਗੱਲ ਕੀਤੀ ਗਈ ਸੀ ਵੀ ਤੁਸੀਂ ਜਿਹੜਾ ਹੈਗਾ ਇੱਥੋਂ ਦੇ ਟਰੂਪਸ ਜਿਹੜੇ ਭੇਜੋ। ਠੀਕ ਹੈ, ਮਹਾਤਮਾ ਗਾਂਧੀ ਠੀਕ ਹੈ ਆਪਣੇ ਜਿਹੜੇ ਦਿੱਗਜ ਲੋਕਾਂ ਨੂੰ ਕੀ ਹੈ ਰਿਕੁਐਸਟ ਕੀਤੀ ਗਈ ਵੀ ਤੁਸੀਂ ਜਿਹੜੇ ਹੈਗੇ ਨੇ, ਕਿਉਂਕਿ ਉਸ ਟਾਈਮ ਕੀ ਹੈਗੇ ਸੀ ਮੂਵਮੈਂਟਸ ਕਾਫੀ ਜ਼ਿਆਦਾ ਜਿਹੜੀ ਹੈਗੇ ਸੀ ਪ੍ਰਚਲਿਤ ਹੈਗੇ ਸੀ। ਮਹਾਤਮਾ ਗਾਂਧੀ ਜੀ ਦੀਆਂ ਠੀਕ ਹੈ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਹੈਗੇ ਸੀ ਸਰਦਾਰ ਵੱਲਭ ਭਾਈ ਪਟੇਲ, ਡਾਕਟਰ BR ਅੰਬੇਦਕਰ ਐਟਸੈਕਟਰਾ ਇਹਨਾਂ ਦੀ ਗੱਲਾਂ ਮੰਨੀਆਂ ਜਾਂਦੀਆਂ ਸੀ ਲੋਕਾਂ ਦੁਆਰਾ। ਠੀਕ ਹੈ, ਇਹ ਕੀ ਹੈਗਾ ਸੀ ਲੀਡਰਸ ਬਣ ਚੁੱਕੇ ਸੀ ਉਸ ਟਾਈਮ, ਬੜੇ ਦਿੱਗਜ ਲੀਡਰਸ। ਤਾਂ ਹੁਣ ਕੀ ਉਹਨਾਂ ਦੀ ਗੱਲ ਮੰਨੀ ਜਾਂਦੀ ਸੀ, ਤਾਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਿਹੜਾ ਹੈਗਾ ਵੀ ਇਹ ਜਿਹੜਾ ਹੈਗਾ ਵਰਲਡ ਵਾਰ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸਾਡੀ ਜਿਹੜੀ ਕਿ ਸਹਾਇਤਾ ਕਰੋ,
ਤਾਂ ਅਸੀਂ ਕੀ ਤੁਹਾਨੂੰ ਜਿਹੜਾ ਹੈਗਾ ਬਣਾ ਲੇ ਤੁਹਾਨੂੰ ਕਿ ਤੁਹਾਡਾ ਆਜ਼ਾਦ ਸੰਵਿਧਾਨ ਬਣਾ ਕੇ ਤੁਹਾਨੂੰ ਦੇਵਾਂਗੇ। ਪਰ ਕਦੋਂ? ਵਰਲਡ ਵਾਰ ਸੈਕਿੰਡ ਤੋਂ ਬਾਅਦ। ਤਾਂ ਉਹਨਾਂ ਨੇ ਕੀ ਜਿਹੜੇ ਆਪਣੇ ਬ੍ਰਿਟਿਸ਼ਰਸ ਨੂੰ ਕੀ ਕਿਹਾ, ਆਪਣੇ ਜਿਹੜੇ ਹੈਗੇ ਸੀ ਲੀਡਰਸ ਨੇ, ਵੀ ਤੁਸੀਂ ਜਿਹੜਾ ਹੈਗਾ ਪਹਿਲਾਂ ਵੀ ਇਸ ਤਰ੍ਹਾਂ ਦੇ ਵਾਅਦੇ ਕੀਤੇ, ਤੁਸੀਂ ਇਸ ਤਰ੍ਹਾਂ, ਅਸੀਂ ਇਸ ਤਰ੍ਹਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ। ਤਾਂ ਉਹਨਾਂ ਨੇ ਕੀ ਕਿਹਾ ਵੀ ਇਹ ਜਿਹੜਾ ਹੈਗਾ ਇਹਨਾਂ ਪੋਸਟ ਡੇਟਡ ਚੈੱਕ ਦੇ ਨਾਮ ਨਾਲ ਵੀ ਜਿਹੜਾ ਹੈਗਾ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਵੀ ਅਸੀਂ ਇਸ ਚੀਜ਼ ਨੂੰ ਫੋਲੋ ਹੀ ਨਹੀਂ ਕਰਾਂਗੇ, ਇਸ ਚੀਜ਼ ਅਸੀਂ ਪ੍ਰਪੋਜ਼ਲ ਨੂੰ ਰਿਜੈਕਟ ਕਰਦੇ ਹਾਂ। ਤਾਂ ਇਹ ਵੀ ਸੇਮ ਅੱਗੇ ਆਪਾਂ ਗੱਲ ਕਰਦੇ ਹਾਂ। ਨੈਕਸਟ ਪੁਆਇੰਟ ਕੀ ਗੱਲ ਕਰਦਾ, ਦ ਕ੍ਰਿਪਸ ਪ੍ਰਪੋਜ਼ਲ ਵਰ ਰਿਜੈਕਟਡ ਬਾਈ ਦ ਮੁਸਲਿਮ ਲੀਗ। ਉਹ ਮੁਸਲਿਮ ਲੀਗ ਦੁਆਰਾ ਜਿਹੜਾ ਹੈਗਾ ਇਹਨੂੰ ਰਿਜੈਕਟ ਕਰ ਦਿੱਤਾ ਗਿਆ, ਵਿਚ ਵਾਂਟਡ ਇੰਡੀਆ ਟੂ ਬੀ ਡਿਵਾਈਡਡ ਇੰਟੂ 2 ਆਟੋਨੋਮਸ ਸਟੇਟਸ ਵਿਦ ਸਟੇਟ ਸੈਪਰੇਟ ਕੰਸਟੀਟਿਊਂਟ ਅਸੈਂਬਲੀ। ਤਾਂ ਉਹਨੂੰ ਕੀ ਜਿਹੜਾ ਹੈਗਾ ਸੀ ਮੁਸਲਿਮ ਲੀਗ ਨੇ ਵੀ ਇਹਨੂੰ ਜਿਹੜਾ ਹੈਗਾ ਕਰ ਦਿੱਤਾ, ਤਾਂ ਮਹਾਤਮਾ ਗਾਂਧੀ ਨੇ ਵੀ ਕਹਿ ਦਿੱਤਾ ਸੀ। ਉਹਨਾਂ ਨੇ ਪਹਿਲਾਂ ਤਾਂ ਕਿਹਾ ਵੀ ਚਲੋ ਤੁਹਾਡੀ ਹੈਲਪ ਕਰ ਦਾਂਗੇ, ਕਿਉਂਕਿ ਉਹ ਜਿਹੜਾ ਚਾਹੁੰਦੇ ਸੀ ਵੀ ਆਪਣਾ ਦੇਸ਼ ਬਰਾਬਰ ਹੈ। ਪਰ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਸੀ ਵੀ ਜਿਹੜਾ ਹੈਗਾ ਵੀ ਤੁਸੀਂ ਹਰੇਕ ਵਾਰੀ ਸਾਡੀ ਜਿਹੜੀ ਸਹਾਇਤਾ ਪ੍ਰਾਪਤ ਕਰ ਲੈਂਦੇ ਅਤੇ ਸਾਡੀ ਜਿਹੜੀ ਹੈਗੀ ਮੰਨੀ ਜਾਂਦੀ ਨਹੀਂ, ਤੁਸੀਂ ਉਹਦੇ ਵਿੱਚ ਵੀ ਆਦਾ ਬੈਨੀਫਿਟ ਦੇਖਦੇ। ਠੀਕ ਹੈ, ਅਤੇ ਇਹਦੇ ਵਿੱਚ ਹੁਣ ਕੀ ਹੈ ਜਿਹੜਾ ਹੈਗਾ ਇਹ ਜਿਹੜੇ ਮਿਸ਼ਨ ਜਿਹੜਾ ਹੈਗਾ ਸੀ ਉਹਨਾਂ ਦਾ ਪ੍ਰਪੋਜ਼ਲ ਹੈਗਾ ਸੀ, ਉਹਨੂੰ ਕੀ ਹੈ ਮੁਸਲਿਮ ਲੀਗ ਨੇ ਰਿਜੈਕਟ ਕਰਤਾ। ਰਿਜੈਕਟ ਕਿਉਂ ਕੀਤਾ? ਮੁਸਲਿਮ ਲੀਗ ਕਹਿੰਦੀ ਸੀ ਵੀ ਸਾਨੂੰ ਹੁਣ ਜਿਹੜਾ ਹੈਗਾ ਸਾਡਾ ਅਲੱਗ ਤੋਂ ਦੇਸ਼ ਚਾਹੀਦਾ, ਉਹਦਾ ਅਲੱਗ ਤੋਂ ਜਿਹੜੀ ਕਿ ਸੰਵਿਧਾਨ ਸਭਾ ਹੋਵੇ, ਉਹਦੇ ਵਿੱਚ ਬੈਠ ਕੇ ਅਸੀਂ ਜਿਹੜੇ ਆਦੀ ਮਰਜ਼ੀ ਨਾਲ ਜਿਹੜਾ ਹੈਗਾ ਕੁਛ ਵੀ ਜਿਹੜਾ ਹੈਗਾ ਵੀ ਮਤਲਬ ਸੰਵਿਧਾਨ ਬਣਾਈਏ ਜਾਂ ਕੋਈ ਵੀ ਕਾਨੂੰਨ ਬਣਾਈਏ ਆਦੀ ਮਰਜ਼ੀ ਨਾਲ ਬਣਾਈਏ। ਤਾਂ ਇਹ ਜਿਹੜੀ ਗੱਲ ਹੋਈ ਫਿਰ ਠੀਕ ਹੈ ਵੀ ਕੋਈ ਗੱਲਾਂ ਹੋਈਆਂ ਕੋਈ ਕਿਵੇਂ। ਇਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਪੁਆਇੰਟ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਕੈਬਨਿਟ ਮਿਸ਼ਨ ਪਲਾਨ। ਠੀਕ ਹੈ, ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਕੀ ਹੋਇਆ, ਕੈਬਨਿਟ ਮਿਸ਼ਨ ਵਾਜ਼ ਸੈਂਟ ਟੂ ਇੰਡੀਆ ਹੂ ਰਿਜੈਕਟਡ ਦ ਆਈਡੀਆ ਆਫ 2 ਕੰਸਟੀਟਿਊਐਂਟ ਅਸੈਂਬਲੀਜ਼, ਇਟ ਪੁੱਟ ਫੋਰਥ ਦ 2 ਕੰਸਟੀਟਿਊਐਂਟ ਅਸੈਂਬਲੀਜ਼। ਠੀਕ ਹੈ, ਹੁਣ ਕੀ ਉਹਨਾਂ ਨੇ ਕੀ ਹੈ ਵੀ ਗੱਲ ਕੀਤੀ ਵੀ 2 ਕੰਸਟੀਟਿਊਐਂਟ ਅਸੈਂਬਲੀਜ਼ ਜਿਹੜੇ ਹੈਗੇ ਸੀ ਉਹਨੂੰ ਕੀ ਰਿਜੈਕਟ ਕਰ ਦਿੱਤਾ ਆਈਡੀਆ ਨੂੰ। ਅਤੇ ਉਹਨਾਂ ਨੇ ਕੀ ਕਿਹਾ ਗਿਆ ਵੀ ਇਹ ਗੱਲ ਕੀਤੀ ਗਈ ਵੀ ਜਿਹੜੇ ਹੈਗੇ ਨਾ ਵੀ ਜਿਹੜੇ ਮੁਸਲਿਮ ਲੀਗ ਜਿਹੜੀ ਹੈਗੀ ਸੀ ਸੈਟਿਸਫਾਈਡ ਨਹੀਂ ਹੈਗੀ ਸੀ, ਤਾਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੀ ਜਿਹੜੀ ਕਿ ਕੰਸਟੀਟਿਊਐਂਟ ਅਸੈਂਬਲੀ ਨਹੀਂ ਤੁਹਾਡੀ ਜਿਹੜੀ ਅਲੱਗ ਤੋਂ ਬਣਾਈ ਜਾਏਗੀ। ਠੀਕ ਹੈ, ਅਤੇ ਤੁਸੀਂ ਕੀ ਤੁਹਾਨੂੰ ਜਿਹੜੀ ਕਿ ਮੈਂਬਰ ਜਿਹੜੇ ਹੈਗੇ ਨੇ ਕੰਸਟੀਟਿਊਐਂਟ ਅਸੈਂਬਲੀ ਬਣਾਈ ਜਾਏਗੀ, ਉਹਦੇ ਜਿਹੜੇ ਹੈਗੇ ਅਲੱਗ-ਅਲੱਗ ਮੈਂਬਰਸ ਜਿਹੜੇ ਹੈਗੇ ਨੇ ਉਹਨਾਂ ਤੁਹਾਨੂੰ ਜਿਹੜੀ ਕਿ ਰਿਪਰੈਜ਼ੈਂਟੇਸ਼ਨ ਦਿੱਤੀ ਜਾਏਗੀ। ਮਤਲਬ ਜਿਹੜੀ ਸੰਵਿਧਾਨ ਸਭਾ ਬਣੇਗੀ, ਭਾਰਤੀ ਸੰਵਿਧਾਨ ਸਭਾ ਬਣੇਗੀ, ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਤੁਹਾਡੀ ਹਿੱਸੇਦਾਰੀ ਵੀ ਰੱਖਾਂਗੇ, ਤੁਹਾਡੀ ਸੀਟਸ ਵੀ ਰੱਖਾਂਗੇ। ਅਤੇ ਇੱਥੋਂ ਜਿਹੜਾ ਹੈਗਾ ਥੋੜ੍ਹੇ ਬਹੁਤੀ ਸੈਟਿਸਫਾਈਡ ਹੋਏ ਜਿਹੜੇ ਹੈਗੇ ਮੁਸਲਿਮ ਲੀਗ ਹੀ ਸੈਟਿਸਫਾਈਡ ਹੋਈ, ਅਤੇ ਆਪਣੇ ਲੀਡਰਸ ਤਾਂ ਹੈ ਹੀ ਸੀ, ਕਿਉਂਕਿ ਆਪਣੇ ਲੀਡਰਸ ਚਾਹੁੰਦੇ ਸੀ ਵੀ ਆਪਣੀ ਜਿਹੜੀ ਸੰਵਿਧਾਨ ਸਭਾ ਖੁਦ ਦੀ ਹੋਏ ਅਤੇ ਆਪਾਂ ਜਿਹੜਾ ਹੈਗਾ ਆਪਣੇ ਅਕੋਰਡਿੰਗਲੀ ਜਿਹੜਾ ਹੈਗਾ ਸੰਵਿਧਾਨ ਬਣਾਈਏ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਤਾਂ ਆਪਾਂ ਜਿਹੜਾ ਹੈਗਾ ਅੱਗੇ ਨੈਕਸਟ ਕਰਦੇ ਹਾਂ, ਨੈਕਸਟ ਪੁਆਇੰਟਸ ਵੱਲ ਵੱਧਦੇ ਹਾਂ। ਤਾਂ ਅੱਗੇ ਗੱਲ ਕਰਦੇ ਹਾਂ, ਦ ਕੈਬਨਿਟ ਮਿਸ਼ਨ ਕੰਸਿਸਟਿੰਗ ਆਫ 3 ਮੈਂਬਰਸ। ਹੁਣ ਕੈਬਨਿਟ ਮਿਸ਼ਨ ਪਲਾਨ ਜਿਹੜਾ ਹੈਗਾ ਸੀ ਉਹਦੇ ਵਿੱਚ ਕੀ ਹੈਗਾ ਸੀ 3 ਮੈਂਬਰਸ ਹੈਗੇ ਸੀ। ਠੀਕ ਹੈ, ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਜਿਹੜੇ ਹੈਗੇ 3 ਮੈਂਬਰ ਹੈਗੇ ਸੀ, ਲੋਰਡ ਪੈਟਰਿਕ ਲਾਰੈਂਸ, ਸਰ ਸਟਾਫੋਰਡ ਕ੍ਰਿਪਸ ਐਂਡ A.V. ਅਲੈਗਜ਼ੈਂਡਰ। ਠੀਕ ਹੈ, A.V. ਅਲੈਗਜ਼ੈਂਡਰ, ਇਹ 3 ਜਿਹੜੇ ਹੈਗੇ ਸੀ ਮੈਂਬਰਸ ਹੈਗੇ ਸੀ ਬ੍ਰਿਟਿਸ਼ ਕੈਬਨਿਟ ਦੇ, ਜਿਹੜੇ ਕਿ ਕੈਬਨਿਟ ਮਿਸ਼ਨ ਪਲਾਨ ਦੇ ਨਾਲ ਆਏ ਸੀ। ਅਰਾਈਵਡ ਇਨ ਇੰਡੀਆ ਔਨ ਮਾਰਚ 24, 1946। ਹੁਣ ਕਿ 24 ਮਾਰਚ 1946 ਦੇ ਵਿੱਚ ਆਏ। ਕੈਬਨਿਟ ਮਿਸ਼ਨ ਪਲਾਨ ਜਿਹੜਾ ਹੈਗਾ ਪਬਲਿਸ਼ ਕਦੋਂ ਹੋਇਆ? ਮਈ 16, 1946 ਦੇ ਵਿੱਚ। ਠੀਕ ਹੈ, ਅਪ੍ਰੈਲ ਮਈ ਤੱਕ ਜਿਹੜਾ ਹੈਗਾ ਸੀ ਫਿਰ ਉਹਨਾਂ ਨੇ ਕੀ ਹੈ ਆਪਣੇ ਲੀਡਰਸ ਨਾਲ ਜਿਹੜੀ ਕਿ ਗੱਲਾਂ ਕੀਤੀਆਂ, ਮਤਲਬ ਗੱਲਾਂ ਕੀ ਡਿਸਕਸ਼ਨਸ ਕੀਤੀਆਂ। ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਕੀ ਹੈ ਵੀ ਮਤਲਬ ਪ੍ਰਪੋਜ਼ਲ ਰੱਖਿਆ, ਮਤਲਬ ਕੀ ਉਹਨੂੰ ਅਸੈਪਟ ਕਰ ਲਿਆ ਗਿਆ ਵੀ ਠੀਕ ਹੈ ਅਸੀਂ ਜਿਹੜਾ ਹੈਗਾ ਕੰਸਟੀਟਿਊਐਂਟ ਅਸੈਂਬਲੀ ਬਣਾਉਣ ਲਈ ਤਿਆਰ ਹੈ। ਤਾਂ ਹੁਣ ਕੀ ਹੈ ਇਸ ਤੋਂ ਬਾਅਦ ਜਿਹੜੀ ਕੰਸਟੀਟਿਊਐਂਟ ਅਸੈਂਬਲੀ ਬਣੀ, ਕੰਸਟੀਟਿਊਐਂਟ ਅਸੈਂਬਲੀ ਜਿਹੜਾ ਹੈਗਾ ਮਿਸ਼ਨ ਜਿਹੜਾ ਪਾਸ ਹੋਇਆ ਪਬਲਿਸ਼ ਹੋਇਆ ਕਦੋਂ ਹੋਇਆ? ਮਈ 16, 1946 ਦੇ ਵਿੱਚ। ਠੀਕ ਹੈ, 1946 ਦੀ ਮਈ 16 ਨੂੰ ਜਿਹੜਾ ਹੈਗਾ ਇਹ ਜਿਹੜਾ ਪਾਸ ਹੋ ਗਿਆ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਹੈਗੇ ਇਹਦੇ ਵਿੱਚ ਗੱਲ ਕੀਤੀ ਗਈ ਅੱਗੇ ਵੀ ਕੰਪੋਜੀਸ਼ਨ ਆਫ ਦ ਕੰਸਟੀਟਿਊਐਂਟ ਅਸੈਂਬਲੀ। ਠੀਕ ਹੈ, ਕੰਪੋਜੀਸ਼ਨ ਹੋਣ ਮਤਲਬ ਕਿ ਉਹਦੇ ਵਿੱਚ ਕਿਹੜੇ ਲੋਕ ਜਿਹੜੇ ਹੈਗੇ ਸੀ ਹਿੱਸੇਦਾਰ ਹੈਗੇ ਸੀ। ਠੀਕ ਹੈ, ਉਹਨਾਂ ਦੀ ਗੱਲ ਕੀਤੀ ਗਈ ਵੀ ਕੰਪੋਜ਼ ਕਿਵੇਂ ਕੀਤੀ ਗਈ, ਕਿਹੜੇ ਲੋਕਾਂ ਨੂੰ ਜਿਹੜੇ ਹੈਗੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। The Constituent Assembly was constituted in November 1946 under the scheme formulated by the Cabinet Mission Plan। ਤਾਂ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਜਿਹੜਾ ਹੈਗਾ ਸੀ ਵੀ ਨਵੰਬਰ ਤੱਕ ਜਿਹੜੀ ਗਈ ਸੀ ਕੰਸਟੀਟਿਊਐਂਟ ਅਸੈਂਬਲੀ ਨੂੰ ਪੂਰੀ ਤਰ੍ਹਾਂ ਕੰਸਟੀਟਿਊਟ ਕਰ ਦਿੱਤਾ ਗਿਆ, ਬਣਾ ਦਿੱਤਾ ਗਿਆ 1946 ਦੇ ਵਿੱਚ। ਨਵੰਬਰ 1946 ਦੇ ਵਿੱਚ ਕੀ ਹੈ ਸੰਵਿਧਾਨ ਸਭਾ ਦਾ ਜਨਮ ਹੋ ਗਿਆ ਇੱਕ ਹਿਸਾਬ ਨਾਲ। ਠੀਕ ਹੈ, ਉਹਨੂੰ ਕੀ ਆਪਣੇ ਜਿਹੜੇ ਹੈਗਾ ਲੈ ਕੇ ਆਂਦਾ ਗਿਆ। ਮਤਲਬ ਅੱਗੇ ਜਿਹੜਾ ਉਹਨਾਂ ਦੇ ਫੀਚਰਸ, ਕੈਬਨਿਟ ਮਿਸ਼ਨ ਪਲਾਨ ਦੇ ਫੀਚਰਸ ਕੀ ਹੈਗੇ ਸੀ, ਕੀ ਗੱਲਾਂ ਜਿਹੜੀਆਂ ਮੇਨ ਹੈਗੀਆਂ ਨੇ। ਤਾਂ ਉਹਨਾਂ ਦੇ ਵਿੱਚ ਕਿ ਪਹਿਲੀ ਗੱਲ ਜਿਹੜਾ ਪਹਿਲਾ ਮੇਨ ਫੀਚਰ ਰੱਖਿਆ ਗਿਆ, ਦ ਟੋਟਲ ਸਟਰੈਂਥ ਆਫ ਦ ਕੰਸਟੀਟਿਊਐਂਟ ਅਸੈਂਬਲੀ ਵਾਜ਼ ਟੂ ਬੀ 389। ਮਤਲਬ ਕਿ 399 ਮੈਂਬਰਸ ਜਿਹੜੇ ਹੈਗੇ ਟੋਟਲ ਸਟਰੈਂਥ ਜਿਹੜੀ ਹੈਗੀ 399 ਮੈਂਬਰ ਹੋ ਸਕਦੇ ਨੇ। ਠੀਕ ਹੈ, ਹੁਣ ਜਿਵੇਂ ਆਪਣੇ
संविधान सभा हैगी, संविधान सभा दे विच ਜਿਹੜੇ ਹੈਗੇ ਨੇ ਆਪਣੀ ਸੰਵਿਧਾਨ ਸਭਾ ਮਤਲਬ ਕਿ ਵਿਧਾਨ ਜਿਹੜੇ ਹੈਗੇ ਨਾ ਆਪਣੇ ਹੁਣ ਸੰਸਦ ਹੈਗੀ ਹੈ ਉਹਨੂੰ ਹੀ ਸੰਵਿਧਾਨ ਸਭਾ ਕਿਹਾ ਗਿਆ। ਠੀਕ ਹੈ, ਹੁਣ ਸੰਵਿਧਾਨ ਆਪਣੇ ਜੇ ਸੰਸਦ ਦੇ ਵਿੱਚ ਕੀ ਹੈਗੇ ਨੇ ਅਲੱਗ-ਅਲੱਗ ਦੋ ਸਦਨ ਹੈਗੇ ਨੇ, ਉਦੋਂ ਇੱਕ ਹੀ ਸੀ ਸਿੰਗੂਲਰ ਯੂਨੀਕੈਮਰਲ ਸਿਸਟਮ ਸੀ ਉਦੋਂ। ਹੁਣ ਜਿਹੜੇ ਬਾਈ ਕੈਮਰਲ ਹੈਗਾ ਨਾ ਲੋਕ ਸਭਾ ਰਾਜ ਸਭਾ, ਬਟ ਉਦੋਂ ਕੀ ਯੂਨੀਕੈਮਰਲ ਸੀ ਮਤਲਬ ਇੱਕੋ ਹੀ ਸਦਨ ਸੀ। ਅਤੇ ਉਹਨਾਂ ਦੇ ਜਿਹੜੇ ਮੈਂਬਰ ਕਿੰਨੇ 399 ਮੈਂਬਰ 389 ਮੈਂਬਰਸ ਹੋਣਗੇ। ऑफ दीज 296 सीट्स वर अलॉटेड टू ब्रिटिश इंडिया। ठीक है, इहदे विचों जिहड़ा 296 जिहड़ी हैगियां ने अलॉट कीतियां गईयां किन्हां नूं ब्रिटिश इंडिया नूं। ब्रिटिश इंडिया वो इंडिया मतलब वो भारत जिथे की है ब्रिटिश लोगों का जिहड़ा हैगा ब्रिटिशर्स का जिहड़ा हैगा सी सीधे तौर पर अधिकार हैगा सी, मतलब कि उन्होंने की कब्जे ते आदे हेठ रखे हुए सी, वो की ब्रिटिश इंडिया का हुंदा सी। एंड 93 सीट्स टू बी प्रिंसली स्टेट्स। ठीक है, तो 93 जी सीट्स है 93 सीटें है वो कि प्रिंसली स्टेट्स मतलब कि जो महाराजे की प्रोविंसिस है ना जिन्होंने की है ब्रिटिशर्स कैप्चर नहीं कर सके सी, या फिर उन्होंने की है उन्होंने ट्रीटीज़ कर रखे सी, उन्होंने जोड़े है साइन कुछ कर रखे सी। ठीक है, आदे समझौते कर रखे सी, तो उन्होंने की जोड़े है उन्होंने 93 सीटां दी गई भी दे दी गई आउट ऑफ दीज। ठीक है, उन्हें इन्होंने जोड़े है 296 अलॉटेड टू द ब्रिटिश इंडिया। हम जोड़े 296 सीटां जड़ियाँ दी गई सी ब्रिटिश इंडिया इन्हें 292 जड़ियाँ सी सीधे तौर पर जो ड्राउन की गई 11 गवर्नर स्टेट्स। ठीक है, हम जी गवर्नर स्टेट्स है ना 11 गवर्नर स्टेट है जी सी पंजाब, मद्रास, बॉम्बे, बिहार, सिंध। ठीक है, सैक्टर। ठीक है, 11 जी है प्रोविंसिस है उन्होंने जोड़े उन्होंने मैंबर जोड़े है 292 चुने गए। ठीक है, 292 मैंबर चुने किमें गए उन्होंने पॉपूलेशन के बेस पर जोड़े है उन्होंने एक सीट दी जाती सी। 1 मिलियन पॉपूलेशन के मगर एक सीट दी गई, मतलब कि 10 लाख लोगों की एक जोड़ा उन्होंने रिप्रजेंटेटिव दिता गया जोड़ा कि उन्होंने लिए जवाब देगा सी। ठीक है, तो हम इवें की जोड़े है चार बाकी जी 4 बच गई 296 4 बचियाँ 4 की चीफ कमिशनर में दी गई प्रोविंसिस जी चीफ कमिशनर प्रोविंस है जी मेन है प्रोविंस है सूबे है उन्होंने जोड़े आधे एक रिप्रजेंटेटिव होंगे। थले तो की है एक डायग्राम के थ्रू ही समझाया गया सौखे तरीके ये जिन्ने भी आ फीचर्स है ने ज़्यादातर फीचर्स ये ही कवर हो जाते हैं, तो ये तुहानूं मैं टैलीग्राम ते नोट्स प्रोवाइड कर दाँगा उहदे तो तुहानूं सारा समझ लग जाएगा। टोटल स्ट्रेंथ कितनी है 389। ठीक है, 389 कॉन्स्टिट्यूट सी है मतलब कॉन्स्टिट्यूएंट असैंबली बनी कदों नवंबर 1946 के। ठीक है, 296 मैंबर्स वर इलैक्टेड बाय द मैंबर्स ऑफ वेरीअस प्रोविंशियल असैंबलीज मतलब प्रोविंशियल असैंबलीज मतलब कि ब्रिटिश इंडिया जी प्रोविंशियल असैंबलीज है उन्होंने हम इन जी 4 है कि कमिशनर्स। ठीक है, जोड़े कमिशनर्स है ना उन्होंने की दी चीफ कमिशनर को दी गई। जो 93 सीट्स है नोमीनेट मतलब नोमीनेट करनगे जो प्रिंसली स्टेट्स है मतलब कि हम राजे है ना वो आदे बिहाफ से आदे जोड़े कहने रक्षा मंत्री या फिर कि आदे राजकुमार जो किसी भी परसन की है वो की नोमीनेट कर सकते सी आदि मर्जी नाल। ठीक है, आई होप गाइज तुहानूं इन्ना समझ लग गया होएगा। आपां नैक्सट पॉइंट वल वधदे हां। नैक्सट पॉइंट की कहंदा द सीट्स वर अलॉटेड इन द प्रोपोर्शन टू देयर रिस्पैक्टिव पॉपूलेशन रफली 1 सीट हु वाज टू बी अलॉटेड फॉर एवरी मिलियन पॉपूलेशन। तो हुण कि वही गल आपां कीती है भी पॉपूलेशन के बेस पर की सीटां की वंड की गई सी ते एक सीट जी सी घट्टो घट की है 10 लाख पॉपूलेशन की एक सीट जी रिप्रजेंट करती सी। ठीक है, तो इस हिसाब नाल जी सीटां की वंड की गई सी इस करके कि 399 सीटां की जी बनाई गई भी 399 सीटां घट्टो घट होनी चाहिए एज पर पॉपूलेशन। नैक्सट पॉइंट गल करता है सीट्स अलॉटेड टू ईच ब्रिटिश प्रोविंस वर टू बी डिवाइडेड अमंग 3 प्रिंसीपल कम्यूनिटीज़ मुस्लिम सिख एंड जनरल। ठीक है, हुण जी सीटां की है ब्रिटिश प्रोविंस के सीटां की वंड की कि 3 जी सी ना प्रिंसीपल कम्यूनिटी मतलब 3 जातां के बिहाफ से मतलब 3 कम्यूनिटीज़ के बिहाफ से। ठीक है, कम्यूनिटी के मतलब जोड़े लोगों की घट दे कहते मुस्लिम सिख तो जनरल। हम जो मुस्लिम सिख नूं छड्ड के बाकी जिहड़े भी बच गए कोई भी बच गया ना परसन वो सारे की जनरल कैटागरी के उन्होंने की कंस्टीट्यूट किया गया उन्होंने की शामिल किया गया। आई होप गाइज तुहानूं इन्ना समझ लग गया होएगा। तो आप नैक्सट जो पॉइंट्स है उन्होंने वाल वधदे हैं। तो नैक्सट पॉइंट्स गल करते हैं The representatives of each community were to be elected by members of that community। हुण जिहड़े कि जेहड़े भी मतलब सिख है तो सिखां जिहड़े सिख रिप्रजेंटेटिव्स चुने जाते सी सिखां द्वारा ही चुने जाते सी। ठीक है, किसी और मतलब नहीं कम्यूनिटी द्वारा। जो मुस्लिम लोग चुने जाते सी तो कि आपदे ही जिहड़े रिप्रजेंटेटिव्स नूं ही चुनते सी आपदे ही रिप्रजेंटेटिव जिहड़े लोग चुनते सी वर टू बी इलैक्टेड बाय मैंबर्स ऑफ देयर दैट कम्यूनिटी
in the provincial legislative assembly and voting was to be done by the method of proportional representation through single transferable vote system। ਹੁਣ ਕੀ ਜਿਹੜੀ ਵੋਟਿੰਗ ਮੈਥਡ ਹੈਗਾ ਸੀ ਨਾ, ਵੋਟਿੰਗ ਮੈਥਡ ਐ ਨਹੀਂ ਜਿਵੇਂ ਹੁਣ ਆਪਣੇ ਹੁੰਦਾ ਮਤਲਬ ਕਾਊਂਟ ਕੀਤਾ ਤੇ ਕਾਊਂਟ ਕਰਕੇ ਆਪਣੇ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਮਤਲਬ ਪਰਸੈਂਟੇਜ ਦੇ ਵਿੱਚ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਉਹਨੂੰ ਕੀ ਜੇਤੂ ਮਤਲਬ ਕਿ ਉਹਨੂੰ ਕੀ ਹੈ ਆਪਾਂ ਕੀ ਵਿਨਰ ਕਰ ਦਈਏ। ਇੱਥੇ ਕੀ ਹੈਗਾ ਸੀ ਪ੍ਰਪੋਰਸ਼ਨ ਦੇ ਵਿੱਚ, ਜਿਵੇਂ ਆਪਾਂ ਕੀ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਸੀ ਨਾ ਪੰਜਾਬ ਪੁਲਿਸ ਦੇ ਸਪੈਸ਼ਲ ਲੈਕਚਰ ਦੇ ਵਿੱਚ ਇੱਕ ਤੁਹਾਨੂੰ ਦੱਸਿਆ ਸੀ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਥਰੂ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਹੈ ਚੀਜ਼ ਕੀ ਹੈਗੀ ਹੈ। ਤਾਂ ਉਹਦੇ ਵਿੱਚ ਕੀ ਗੱਲ ਕੀਤੀ ਕਿ ਮਤਲਬ ਕੀ ਹੈ ਨਾ ਵੀ ਇੱਕ ਹੀ ਪ੍ਰਪੋਰਸ਼ਨ ਦੇ ਵਿੱਚ ਵੋਟ ਦੇ ਹੁਣ ਕਿ ਜਿੰਨੇ ਸਪੋਜ਼ ਕਰ ਲਓ 3 ਰਿਪਰੈਜ਼ੈਂਟੇਟਿਵ ਸਿੱਖ ਕਮਿਊਨਿਟੀ ਦੇ ਵਿੱਚ 3 ਪਰਸਨ ਖੜੇ ਹੋਏ, ਠੀਕ ਹੈ 3 ਕੈਂਡੀਡੇਟ ਖੜੇ ਹੋਏ, ਆਪਾਂ ਕਿ ਉਹਨੂੰ ਕੀ ਪ੍ਰਪੋਰਸ਼ਨ ਦੇ ਵਿੱਚ ਵੋਟ ਦੇਣੀ ਸੀ ਵੀ ਪਹਿਲੇ ਨੰਬਰ 'ਤੇ ਮੈਨੂੰ ਇਹ ਕੈਂਡੀਡੇਟ ਪਸੰਦ ਹੈ, ਦੂਜੇ ਨੰਬਰ 'ਤੇ ਮੈਨੂੰ C ਕੈਂਡੀਡੇਟ ਪਸੰਦ ਹੈ, ਤੀਜੇ ਨੰਬਰ 'ਤੇ ਮੈਨੂੰ B ਕੈਂਡੀਡੇਟ ਪਸੰਦ ਹੈ। ਫਿਰ ਜਿਹਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਸੀ ਉਹਨੂੰ ਕੀ ਜਿਹੜਾ ਹੈਗਾ ਜੇਤੂ ਕਰਾਰ ਕਰ ਦਿੱਤਾ ਜਾਂਦਾ ਸੀ। ਇਹਦਾ ਥੋੜ੍ਹਾ ਜਿਹਾ ਮਤਲਬ ਕਿ ਨਾ ਵੀ ਹੈ ਥੋੜ੍ਹਾ ਕੰਪਲੀਕੇਟਡ ਵੇ ਹੈਗਾ ਸਮਝਣ ਦਾ, ਬਟ ਜੇ ਤੁਸੀਂ ਚਾਹੁੰਦੇ ਜੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ, ਆਪਾਂ ਕਿ ਤੁਹਾਨੂੰ ਜਿਹੜਾ ਹੈਗਾ ਇੱਕ ਸਪੈਸ਼ਲ ਲੈਕਚਰ ਇਹਦੇ ਵਾਸਤੇ ਜਿਹੜਾ ਹੈਗਾ ਆਪਾਂ ਦੱਸ ਦਿਆਂਗੇ ਵੀ ਇਹ ਜਿਹੜਾ ਹੈਗਾ ਆਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਠੀਕ ਹੈ ਵੀ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਥਰੂ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਚੀਜ਼ ਕੀ ਹੈ। ਤਾਂ ਨੈਕਸਟ ਆਪਾਂ ਪੁਆਇੰਟ ਬਾਰੇ ਗੱਲ ਕਰਦੇ ਹਾਂ। ਤਾਂ ਨੈਕਸਟ ਪੁਆਇੰਟ ਗੱਲ ਕਰਦਾ ਦ ਰਿਪਰੈਜ਼ੈਂਟੇਟਿਵਸ ਆਫ ਦ ਪ੍ਰਿੰਸਲੀ ਸਟੇਟਸ ਵਰ ਟੂ ਬੀ ਨੋਮੀਨੇਟਡ ਬਾਈ ਦ ਹੈਡਸ ਆਫ ਦ ਪ੍ਰਿੰਸਲੀ ਸਟੇਟਸ। ਹੁਣ ਜਿਹੜੇ ਵੀ ਰਿਪਰੈਜ਼ੈਂਟੇਟਿਵਸ ਹੈਗੇ ਨੇ ਪ੍ਰਿੰਸਲੀ ਸਟੇਟਸ ਦੇ ਉਹਨਾਂ ਨੂੰ ਕੀ ਨੋਮੀਨੇਟ ਹੀ ਕੀਤਾ ਗਿਆ, ਕਿਹਨਾਂ ਦੁਆਰਾ ਕੀਤਾ ਗਿਆ ਹੈਡਸ ਆਫ ਪ੍ਰਿੰਸਲੀ ਸਟੇਟਸ ਮਤਲਬ ਕਿ ਰਾਜੇ ਦੁਆਰੇ ਜਿਹੜੇ ਉਹ ਮੰਨ ਸਕੋ ਰੱਖਿਆ ਮੰਤਰੀ ਨੂੰ ਕਰਨ, ਉਹ ਮੰਨ ਸਕੋ ਵਿੱਤ ਮੰਤਰੀ ਨੂੰ ਕਰੇ, ਉਹ ਆਦੇ ਰਾਜਕੁਮਾਰ ਨੂੰ ਕਰੇ, ਆਦੇ ਚਾਚੇ ਦੇ ਮੁੰਡੇ ਨੂੰ ਜਾਂ ਕਿਹਨੂੰ ਮਰਜ਼ੀ ਵੀ ਉਹ ਕਰ ਸਕਦਾ ਸੀ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ It is thus clear that the Constituent Assembly was to be partly elected and partly nominated body, ਠੀਕ ਹੈ। ਤਾਂ ਹੁਣ ਕਿ ਆਪਾਂ ਨੂੰ ਕੀ ਫੀਚਰਸ ਤੋਂ ਪਤਾ ਲੱਗ ਜਾਂਦਾ ਵੀ ਜਿਹੜੀ ਹੈਗੀ ਇਸ ਬੋਡੀ ਹੈਗੀ ਸੀ ਵੀ ਇਹਨੂੰ ਕੀ ਹੈ ਵੀ ਕੁਝ ਕੁ ਪਾਰਟ ਜਿਹੜਾ ਹੈਗਾ ਸੀ ਇਲੈਕਟਡ ਹੈਗਾ ਸੀ, ਡਾਇਰੈਕਟਲੀ ਇਲੈਕਟ ਕੀਤੇ ਗਏ, ਤੇ ਕੁਝ ਕੁ ਪਾਰਟ ਹੈਗਾ ਸੀ ਜਿਹੜਾ ਕਿ ਨੋਮੀਨੇਟ ਕੀਤੇ ਗਏ ਸੀ ਮੈਂਬਰ, ਠੀਕ ਹੈ। ਹੁਣ ਕਿ ਮੋਰ ਓਵਰ ਦ ਮੈਂਬਰਸ ਵਰ ਟੂ ਬੀ indirectly elected by the members of the provincial assemblies who themselves were to be elected by limited franchise। और मतलब कि limited franchise तो दस्सिया सी ना भी ਜਿਹੜੇ ਕਿ ਐਜੂਕੇਟਡ ਹੈਗੇ ਸੀ ਜਾਂ ਜਿਹੜੇ ਜ਼ਿਆਦਾ ਟੈਕਸ ਪੇਅਰਸ ਹੈਗੇ ਸੀ ਜਾਂ ਫਿਰ ਲੈਂਡਲੋਰਡ ਹੈਗੇ ਸੀ ਉਹੀ ਸਿਰਫ ਵੋਟ ਪਾ ਸਕਦੇ ਸੀ, ਉਹ ਕੀ ਲਿਮਿਟਡ ਫਰੈਂਚਾਈਜ਼ ਹੈਗੀ ਹੈ, ਠੀਕ ਹੈ। 1935 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਆਪਾਂ ਗੱਲ ਕੀਤੀ ਹੈ। ਆਈ ਹੋਪ ਜਿਨ੍ਹਾਂ ਨੇ ਲੈਕਚਰ ਲਗਾਇਆ ਉਹਨਾਂ ਨੂੰ ਸਮਝ ਹੋਏਗੀ, ਉਹਨਾਂ ਨੂੰ ਪਤਾ ਹੋਏਗਾ ਵੀ ਕੀ ਗੱਲ ਆਪਾਂ ਕਰ ਰਹੇ, ਠੀਕ ਹੈ। ਜਿਨ੍ਹਾਂ ਨੇ ਲਗਾਇਆ ਤਾਂ ਕੀ ਦੁਬਾਰਾ ਤੋਂ ਜਿਹੜਾ ਲੈਕਚਰ ਦੇਖਣ ਦੈਨ ਜਿਹੜੇ ਹੈਗੇ ਲੈਕਚਰਸ ਨੂੰ ਕੰਟੀਨਿਊ ਕਰਨ। ਹੁਣ ਮੋਰ ਓਵਰ ਉਹਨਾਂ ਕੀ ਗੱਲ ਕੀਤੀ ਵੀ ਜਿਹੜੇ ਹੈਗੇ ਨੇ ਇਨਡਾਇਰੈਕਟਲੀ ਇਲੈਕਟ ਕੀਤੇ ਸੀ, ਮਤਲਬ ਕਿ ਵੀ ਉਹਨਾਂ ਨੂੰ ਵੀ ਆਪਾਂ ਗੱਲ ਕਰਕੇ ਯੂਨੀਵਰਸਲ ਅਡਲਟ ਫਰੈਂਚਾਈਜ਼, ਤਾਂ ਅਡਲਟ ਫਰੈਂਚਾਈਜ਼ ਉਸ ਟਾਈਮ ਕੋਈ ਚੀਜ਼ ਦੀ ਜ਼ਰੂਰਤ ਮਤਲਬ ਕਿ ਉਸ ਟਾਈਮ ਲਿਆਂਦੀ ਨਹੀਂ ਗਈ ਸੀ ਇਸ ਚੀਜ਼ ਦੀ। ਤਾਂ ਉਹਦੇ ਵਿੱਚ ਸਿਰਫ ਇੱਕੋ ਗੱਲ ਕੀਤੀ ਸੀ ਵੀ ਜਿਹੜੇ ਲਿਮਟਡ ਫਰੈਂਚਾਈਜ਼ ਜਿਹੜੇ ਕੀ ਹੈ ਐਜੂਕੇਟਡ ਲੋਕ ਹੈਗੇ ਸੀ, ਲਿਮਟਡ ਲੋਕਾਂ ਨੂੰ ਕੀ ਵੋਟ ਪਾਉਣ ਦਾ ਅਧਿਕਾਰ ਹੈਗਾ ਸੀ, ਇਸ ਕਰਕੇ ਉਹਨੂੰ ਕੀ ਲਿਮਟਡ ਫਰੈਂਚਾਈਜ਼ ਕਿਹਾ ਜਾਂਦਾ ਹੈ। ਨੈਕਸਟ ਆਪਾਂ ਪੁਆਇੰਟ ਵੱਲ ਵੱਧਦੇ ਹਾਂ। ਨੈਕਸਟ ਪੁਆਇੰਟ ਗੱਲ ਕਰਦਾ ਦ ਇਲੈਕਸ਼ਨਸ ਟੂ ਦ ਕੰਸਟੀਟਿਊਐਂਟ ਅਸੈਂਬਲੀ ਫੋਰ 296 seats allotted to the British India provinces were held in July August 1946। ਹੁਣ ਜਿਹੜੇ ਇਲੈਕਸ਼ਨਸ ਜਿਹੜੇ ਹੈਗੇ ਨੇ ਜਿਹੜੇ ਉਹ ਇਲੈਕਸ਼ਨ ਕਰਵਾਏ ਗਏ ਉਹ ਜੁਲਾਈ ਤੋਂ ਅਗਸਤ ਦੇ ਵਿੱਚ ਹੋਏ, ਜਿਹੜੀ ਕਿ 296 ਸੀਟਾਂ ਲਈ ਕਰਾਏ ਗਏ ਸੀ ਜਿਹੜੇ ਕਿ ਬ੍ਰਿਟਿਸ਼ ਪ੍ਰੋਵਿੰਸਿਸ ਵਾਸਤੇ ਹੈਗੀਆਂ ਸੀ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ ਜਿਹੜੇ ਬ੍ਰਿਟਿਸ਼ ਪ੍ਰੋਵਿੰਸ ਹੈਗੇ ਸੀ ਨਾ ਉਹਨਾਂ ਨੂੰ ਸੀਟਾਂ ਦਿੱਤੀ ਗਈ 296। ਹੁਣ 296 ਵਾਸਤੇ ਜਿਹੜੇ ਇਲੈਕਸ਼ਨਸ ਕਰਾਏ ਗਏ ਉਹ ਕਰਾਏ ਗਏ ਜੁਲਾਈ ਅਗਸਤ ਦੇ ਵਿੱਚ ਜਿਹੜੇ ਇਲੈਕਸ਼ਨਸ ਕਰਾ ਦਿੱਤੇ ਗਏ 1946 ਦੇ ਵਿੱਚ। ਤੇ ਇਸ ਕਰਕੇ ਜਿਹੜਾ ਹੈਗਾ ਨਵੰਬਰ 1946 ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਕੰਸਟੀਟਿਊਐਂਟ ਅਸੈਂਬਲੀ ਨੂੰ ਕੰਸਟੀਟਿਊਟ ਕਰ ਦਿੱਤਾ ਗਿਆ ਸੀ, ਮਤਲਬ ਬਣਾ ਦਿੱਤਾ ਗਿਆ ਸੀ ਪੂਰੀ ਤਰ੍ਹਾਂ, ਠੀਕ ਹੈ। ਅੱਗੇ ਨੈਕਸਟ ਪੁਆਇੰਟ ਵੱਲ ਆਪਾਂ ਜਾਣਦੇ ਹਾਂ। ਨੈਕਸਟ ਪੁਆਇੰਟ ਵੱਲ ਵੱਧਦੇ ਹਾਂ। ਦ ਇੰਡੀਅਨ ਨੈਸ਼ਨਲ INC ਦਾ ਮਤਲਬ ਹੈਗਾ ਇੰਡੀਅਨ ਨੈਸ਼ਨਲ ਕਾਂਗਰਸ। ਦ ਇੰਡੀਅਨ ਨੈਸ਼ਨਲ ਕਾਂਗਰਸ ਵੋਨ 208 ਸੀਟਸ, ਦ ਮੁਸਲਿਮ ਲੀਗ 73 ਸੀਟਸ ਐਂਡ ਦ ਸਮਾਲ ਗਰੁੱਪ ਆਫ ਦ ਇੰਡੀਪੈਂਡੈਂਟ ਗੋਟ ਰਿਮੇਨਿੰਗ 15 ਸੀਟਸ, ਠੀਕ ਹੈ। ਹੁਣ ਮਤਲਬ ਟੋਟਲ ਸੀਟਸ ਤਾਂ ਜਿਹੜੀਆਂ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿੰਨੀਆਂ 208 ਸੀਟਾਂ ਜਿੱਤੀਆਂ, ਠੀਕ ਹੈ। ਮੁਸਲਿਮ ਲੀਗ ਨੇ 73 ਜਿਹੜੀ ਸੀਟਾਂ ਜਿੱਤੀਆਂ, ਅਤੇ ਜਿਹੜੇ ਬਾਕੀ ਬਚ ਗਈਆਂ ਜਿਹੜੀਆਂ ਉਹਦੇ ਵਿੱਚ ਜਿਹੜੇ 15 ਜਿਹੜੀ ਸੀਟਾਂ ਹੈਗੀਆਂ ਨੇ ਉਹ ਇੰਡੀਪੈਂਡੈਂਟ ਕੈਂਡੀਡੇਟਸ ਹੈਗੇ, ਮਤਲਬ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਸੀ ਇਹਨਾਂ ਦੋਵਾਂ ਚੋਂ, ਠੀਕ ਹੈ। ਅਤੇ ਇਹਦੇ ਵਿੱਚ ਇਹ ਗੱਲ ਹੋ ਗਈ। ਅੱਗੇ ਕੀ ਗੱਲ ਕਰਦੇ ਨੇ ਹਾਊਐਵਰ ਦ 93 ਸੀਟਸ allotted to the princely states were not filled as they decided to stay away from the constituent assembly। ਇਹ ਜਿਹੜੀ ਹੈਗੀ ਸੀ 93 ਸੀਟਸ ਜਿਹੜੀ ਹੈਗੀਆਂ ਸੀ ਆਪਾਂ ਕੀ ਹੈ ਨੋਮੀਨੇਟ ਕਰਨ ਵਾਸਤੇ ਦਿੱਤੀਆਂ ਗਈਆਂ ਸੀ ਪ੍ਰਿੰਸਲੀ ਸਟੇਟਸ ਨੂੰ, ਮਤਲਬ ਕਿ ਜਿਹੜੇ ਰਾਜੇ ਮਹਾਰਾਜੇ ਵਾਲੇ ਸਟੇਟਸ ਹੈਗੇ ਸੀ। ਤਾਂ ਉਹਨਾਂ ਨੇ ਕੀ ਹੈ ਜਿਹੜੀ ਹੈਗੀ ਸੀ ਕੰਸਟੀਟਿਊਐਂਟ ਅਸੈਂਬਲੀ ਮਤਲਬ ਸੰਵਿਧਾਨ ਸਭਾ ਦਾ ਹਿੱਸਾ ਬਣਨ ਤੋਂ ਹੀ ਨਾ ਕਰ ਦਿੱਤੀ ਗਈ ਸੀ। ਉਹ ਕਹਿੰਦੇ ਵੀ ਅਸੀਂ ਜਿਹੜਾ ਹੈਗਾ ਸੰਵਿਧਾਨ ਸਭਾ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਕਿਉਂਕਿ ਉਹਨਾਂ ਦੀ ਇੰਟੈਂਸ਼ਨ ਹੈਗੀ ਸੀ ਅਸੀਂ ਕੀ ਜਿਹੜਾ ਹੈਗਾ ਇੰਡੀਪੈਂਡੈਂਟ ਰਹਾਂਗੇ, ਠੀਕ ਹੈ। ਉਹ ਬਾਅਦ 'ਚ ਪਤਾ ਲੱਗਿਆ ਵੀ ਇੰਡੀਪੈਂਡੈਂਟ ਸੀ ਕਿ ਨਹੀਂ ਹੈਗੀ ਸੀ।
ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੇ ਲੀਡਰਸ ਬਾਰੇ ਗੱਲ ਕਰ ਰਹੇ ਹਾਂ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਸਮਝ ਲੱਗ ਗਿਆ ਹੋਏਗਾ। ਆਪਾਂ ਕੱਲ੍ਹ ਗੱਲ ਕਰਾਂਗੇ, ਜਿਹੜਾ ਹੈਗਾ ਕੱਲ੍ਹ ਆਪਾਂ ਲੈਕਚਰ ਦੇ ਵਿੱਚ ਗੱਲ ਕਰਨੀ ਹੈ, ਉਹ ਆਪਾਂ ਗੱਲ ਕਰਾਂਗੇ ਕੰਪੋਜੀਸ਼ਨ, ਠੀਕ ਹੈ ਵੀ ਕਿਵੇਂ ਜਿਹੜਾ ਹੈਗਾ ਕੰਪੋਜੀਸ਼ਨ ਦੀ ਆਪਾਂ ਗੱਲ ਕਰ ਰਹੀ ਆਪਾਂ ਵਰਕਿੰਗ ਆਫ ਕੰਸਟੀਟਿਊਐਂਟ ਅਸੈਂਬਲੀ, ਠੀਕ ਹੈ। ਕੰਸਟੀਟਿਊਐਂਟ ਅਸੈਂਬਲੀ ਦੇ ਵਰਕਿੰਗ ਆਫ ਕੰਸਟੀਟਿਊਐਂਟ ਅਸੈਂਬਲੀ ਮਤਲਬ ਕਿਵੇਂ ਜਿਹੜਾ ਉਹਨਾਂ ਵਰਕ ਕੀਤਾ, ਕਿਹੜੀ ਕਮੇਟੀਆਂ ਬਣੀਆਂ, ਕਿਹੜੀ ਇੰਡੀਪੈਂਡੈਂਟ ਬੋਡੀਜ਼ ਹੈਗੀਆਂ ਸੀ ਇਹਦੇ ਵਿੱਚ ਜਿਹੜੇ ਵਰਕ ਕਰਨ ਵਾਲੀਆਂ, ਇਹ ਸਾਰਿਆਂ ਬਾਰੇ ਆਪਾਂ ਕੱਲ੍ਹ ਦੇ ਲੈਕਚਰ ਦੇ ਵਿੱਚ ਗੱਲ ਕਰਾਂਗੇ। ਤੇ ਕੱਲ੍ਹ ਦੇ ਲੈਕਚਰ ਲਈ ਤੁਸੀਂ ਪ੍ਰਪੇਅਰ ਰਹਿਣਾ ਹੈ, ਕੱਲ੍ਹ ਲੈਕਚਰ ਜ਼ਰੂਰ ਆਏਗਾ। ਤਾਂ ਲੀਡਰਸ ਆਪਾਂ ਬਾਰੇ ਗੱਲ ਕਰ ਲੈਣ। ਲੀਡਰਸ ਜਿਹੜਾ ਹੈਗਾ ਸੀ ਕੰਸਟੀਟਿਊਐਂਟ ਅਸੈਂਬਲੀ ਦਾ ਪਹਿਲਾ ਲੀਡਰ ਜਿਹੜਾ ਹੈਗਾ ਸੀ ਟੈਂਪਰੇਰੀ ਚੇਅਰਮੈਨ ਹੈਗਾ ਸੀ ਸਚਿਦਾਨੰਦ ਸਿਨਹਾ। ਡਾਕਟਰ ਸਚਿਦਾਨੰਦ ਸਿਨਹਾ ਜਿਹੜੇ ਹੈਗੇ ਸੀ ਉਹ ਫਸਟ ਜਿਹੜੇ ਹੈਗੇ ਟੈਂਪਰੇਰੀ ਚੇਅਰਮੈਨ ਹੈਗੇ ਸੀ। ਪ੍ਰੈਜ਼ੀਡੈਂਟ ਪਰਮਾਨੈਂਟ ਪ੍ਰੈਜ਼ੀਡੈਂਟ ਜਿਹੜੇ ਹੈਗੇ ਸੀ ਚੇਅਰਮੈਨ ਹੈਗੇ ਸੀ ਉਹ ਹੈਗੇ ਸੀ ਡਾਕਟਰ ਰਾਜਿੰਦਰ ਪ੍ਰਸਾਦ ਇੰਡੀਅਨ ਨੈਸ਼ਨਲ ਕਾਂਗਰਸ ਤੋਂ, ਠੀਕ ਹੈ। ਜਿਹੜੇ ਹੈਗੇ ਸੀ ਵਾਈਸ ਪ੍ਰੈਜ਼ੀਡੈਂਟ ਹੈਗੇ ਸੀ ਉਹ ਹੈਗੇ ਸੀ HC ਮੁਖਰਜੀ ਐਂਡ VT ਕ੍ਰਿਸ਼ਨਮਚਾਰੀਆ, ਠੀਕ ਹੈ। VT ਕ੍ਰਿਸ਼ਨਮਚਾਰੀਆ ਜਿਹੜੇ ਹੈਗੇ ਸੀ ਇਹ ਜਿਹੜੇ ਹੈਗੇ ਸੀ ਇਹਨਾਂ ਦੇ ਮੈਂਬਰਸ ਹੈਗੇ ਸੀ, ਠੀਕ ਹੈ। ਵਾਈਸ ਪ੍ਰੈਜ਼ੀਡੈਂਟ ਹੈਗੇ ਸੀ। ਬਾਕੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਹੈਗੇ ਸੀ? ਡਾਕਟਰ BR ਅੰਬੇਦਕਰ, ਜਿਹਨੂੰ ਆਪਾਂ ਬਾਬਾ ਸਾਹਿਬ ਅੰਬੇਦਕਰ ਵੀ ਕਹਿ ਦਈਏ, ਫਾਦਰ ਆਫ ਇੰਡੀਅਨ ਕੰਸਟੀਟਿਊਸ਼ਨ। ਤੇ ਲੀਗਲ ਐਡਵਾਈਜ਼ਰ ਕੌਣ ਹੈਗੇ ਸੀ ਕੰਸਟੀਟਿਊਐਂਟ ਅਸੈਂਬਲੀ ਦੇ? BN ਰਾਓ, ਠੀਕ ਹੈ। ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਏਗਾ। ਬਾਕੀ ਆਪਾਂ ਜਿਹੜਾ ਹੈਗਾ ਨੈਕਸਟ ਲੈਕਚਰ ਦੇ ਵਿੱਚ ਆਪਾਂ ਐਜ਼ ਇਟ ਇਜ਼ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕਰਾਵਾਂਗੇ। ਹਰੇਕ ਚੀਜ਼ ਤੁਹਾਨੂੰ ਜਿਹੜੀ ਹੈਗੀ ਨੋਟਸ ਦੇ ਫੋਰਮੈਟ ਦੇ ਵਿੱਚ ਦਿੱਤੀ ਜਾਏਗੀ, ਤੁਹਾਨੂੰ ਹਰੇਕ ਜਿਹੜੀ ਐਕਸਪਲੇਨੇਸ਼ਨ ਵੀ ਦਿੱਤੀ ਜਾਏਗੀ। ਆਈ ਹੋਪ ਗਾਈਜ਼ ਤੁਹਾਨੂੰ ਲੈਕਚਰ ਵਧੀਆ ਲੱਗਾ ਹੋਏਗਾ, ਤੁਹਾਡੇ ਲਈ ਜਿਹੜਾ ਹੈਗਾ ਇਹ ਲੈਕਚਰ ਵੈਲਿਊਏਬਲ ਹੋਏਗਾ, ਤੁਹਾਡਾ ਟਾਈਮ ਯੂਟੀਲਾਈਜ਼ ਹੋਇਆ ਹੋਏਗਾ। ਜੇ ਸਟੂਡੈਂਟਸ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਡਾਊਟ ਹੈਗਾ ਜਾਂ ਤੁਹਾਨੂੰ ਕੋਈ ਸਪੈਸ਼ਲ ਵੀਡੀਓ ਚਾਹੁੰਦੇ ਜਿਹਦੇ ਵਾਸਤੇ ਤੁਹਾਨੂੰ ਡਿਫੀਕਲਟੀ ਆ ਰਹੀ ਕਿਸੇ ਵੀ ਟੌਪਿਕ ਨੂੰ ਲੈ ਕੇ ਪੋਲੀਟੀ ਨਾਲ ਰਿਲੇਟਡ, ਤਾਂ ਤੁਸੀਂ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਠੀਕ ਹੈ। ਤੁਸੀਂ ਜਿਹੜਾ ਹੈਗਾ ਮੈਨੂੰ ਅਪਰੋਚ ਕਰ ਸਕਦੇ, ਤਾਂ ਮੈਂ ਉਸ ਲਈ ਡੈਫੀਨੇਟਲੀ ਕੋਈ ਨਾ ਕੋਈ ਜਿਹੜਾ ਹੈਗਾ ਵੀਡੀਓ ਆਸਾਨ ਤਰੀਕੇ ਨਾਲ ਤੁਹਾਨੂੰ ਸਿੱਖਣ ਲਈ ਜਿਹੜਾ ਹੈਗਾ ਵੀਡੀਓ ਜਿਹੜੇ ਹੈਗੇ ਤੁਹਾਨੂੰ ਪ੍ਰੋਵਾਈਡ ਕਰਾਂਗਾ। ਸੋ ਥੈਂਕ ਯੂ so much for watching my videos guys. Please subscribe my channel Mr. Singh Educations. Thank you so much. Bye bye guys.